ਅਸੀਂ ਭਾਈਆਂ ਜੀ ਸ਼ੁਰੂ ਕੀਤਾ 10-12 ਜਾਨਵਰ ਸਨ ਉਦੋਂ ਜੀ ਤੇ ਹੁਣ ਮਾਸ਼ਾਅੱਲਾ 60-70 ਜਾਨਵਰ ਹੋ ਗਏ ਨੇ ਦੇ ਰਹੇ ਨੇ। ਇਸ ਟਾਈਮ ਸਾਡੇ ਡੰਗਰ ਤਕਰੀਬਨ ਦੇ ਰਹੇ ਨੇ ਦੁੱਧ ਕੋਈ 28-30 ਲਾ ਲਵੋ। ਰੋਜ਼ਾਨਾ ਦਾ ਤਕਰੀਬਨ ਹੋ ਹੀ ਜਾਂਦਾ 7-8 ਮਣ। ਰੋਜ਼ਾਨਾ ਦੀ ਬੱਚਤ ਹੋ ਹੀ ਜਾਂਦੀ ਤਕਰੀਬਨ ਖਰਚਾ ਖੁਰਚਾ ਕੱਢ ਕੇ ਕੋਈ 10-12 हज़ार बच ही जाता है माशाल्लाह। बिस्मिल्लाहिर्रहमानिर्रहीम। अस्सलामुअलैकुम। फार्मिंग टिप्स में शाहिद अली अवान की जानिब से खुश आमदीद। नाजरीन, आज आपकी मुलाकात एक सादा से किसान से करवाई जाएगी जो जवानी में ही रोज़ाना की बुनियाद पे 12,000 रुपये बचत कर रहे हैं और माहाना 3,60,000 बचत कर रहे हैं। इसके अलावा इनको कट्टों और बछड़ों की बचत भी हो जाती है। तो चलिए इनसे मिलते हैं और इनसे इनकी कामयाबी के राज जानते हैं। वालेकुम सलाम। प्यारे भाई की हाल है? ठीक ठाक, अल्लाह का शुक्र है। आप सुनाओ, ठीक हो? अल्लाह का शुक्र है। की ना है जनाब दा? गुलाम मुर्तजा। भाई किन्ने अरसे तू जानवरों का काम करदे हो पे? भाईजान तकरीबन 10-15 साल हो गए। माशाल्लाह, तुहाडा 10-15 साल दा तजर्बा कैसा रहा? काम तू की हासिल कीता जे? अल्हम्दुलिल्लाह, शुक्र अल्लाह दा, ठीक है, काम चलदा है पिया। ते 10-15 साल पहले किन्ने जानवरों तो काम शुरू कीता सी ते हुण किन्ने जानवर ने? ਅਸੀਂ ਭਾਈਆਂ ਜੀ ਸ਼ੁਰੂ ਕੀਤਾ 10-12 ਜਾਨਵਰ ਸਨ ਉਦੋਂ ਜੀ ਤੇ ਹੁਣ ਮਾਸ਼ਾਅੱਲਾ 60-70 ਜਾਨਵਰ ਹੋ ਗਏ ਨੇ। ਮਾਸ਼ਾਅੱਲਾ, ਉਹ ਜਿਹੜੇ 10-12 ਜਾਨਵਰ ਹਨ ਉਹਨਾਂ ਤੋਂ ਇਜ਼ਾਫਾ ਹੋਇਆ ਜਾਂ ਕਿ ਕੁਝ ਖਰੀਦੇ ਵੀ ਨੇ? ਭਾਈਜਾਨ ਜ਼ਿਆਦਾ ਖਰੀਦਦੇ ਹੀ ਨਹੀਂ, ਅਸੀਂ ਘੱਟ ਹੀ ਪਾਲਨੇ ਆ। ਮਤਲਬ ਘਰ ਦੇ ਡੰਗਰ ਜਿਹੜੇ ਹੁੰਦੇ ਨੇ ਨਾ, ਜ਼ਿਆਦਾ ਖਰੀਦ ਨਹੀਂ ਆਹੀ। ਉਹ ਜਿਹੜੇ ਛੋਟੇ ਬੱਚੇ ਹੁੰਦੇ ਨੇ ਸੇਲ ਕਰ ਦਿੰਦੇ ਆ? ਕੋਈ ਸੇਲ ਕਰ ਦਈਦੇ ਨੇ, ਵੱਡੇ ਹੁੰਦੇ ਨੇ, ਕੋਈ ਮਰ ਜਾਂਦੇ ਨੇ ਸਰਦੀ ਦੀ ਵਜ੍ਹਾ ਤੋਂ ਜਾਂ ਮਤਲਬ ਠੰਡ ਲੱਗ ਜਾਂਦੀ ਹੈ। ਅੱਛਾ जी। मरन दी किन्नी क्रेश होवे? किन्ने क बच्चे जाया होई जंदे जी? तकरीबन 60 डंगर ने, कोई साल दे विच कोई 12-13 बच जांदे ने। अच्छा, बाकी मर जांदे ने। किन्ने क मरदे ने? मर जांदे ने तकरीबन कोई 30-35। 30-35 जी सर, इन्ने ज्यादा तुहाडे जेहड़े बच्चे छोटे ने ओ जाया होई जंदे ने ते कोई उन्हां दी एहतियात नहीं करदे? अगर ओ भी कल नूं जवान हो के अगे इजाफा होए ते बचत ज्यादा नहीं होई दी? सर एहतियात ते करने पर सर्दी दी वजह तो गर्मियां च गर्मी बड़ी पैंदी, सर्दियां च सर्दी बड़ी पैंदी है। अच्छा, ते फिर कोई जाया भी हो जांदे ने। मेहनत ते बड़ी करने आ बच्चों। ठीक है। अच्छा, माशाल्लाह तुहाडे कोल 60 ਤੋਂ 70 जानवर मौजूद ने जी। ਕਿਹੜੀ नस्ल ਦੇ ਤੁਹਾਡੇ जानवर इस टाइम मौजूद ने? सर इस टाइम साडे कोल कोई जिला काड़े तो आईयां ने, कोई जिला विहाड़ी तो आईयां ने। सियालकोट ਦੀਆਂ तकरीबन घट ही ने डंगर साडे कोल सियालकोट। सही है। माशाल्लाह ਤੁਹਾਡੇ ਕੋਲ 3 ਤੋਂ 4 ਨਸਲ ਦੀਆਂ ਮੱਝਾਂ ਮੌਜੂਦ ਨੇ। जी जी। ਅੱਛਾ ਭਾਈ ਜੀ, ਇਹ ਗੱਲ ਦੱਸੋ ਕਿ ਜਿਹੜੇ 3 ਤੋਂ 4 ਨਸਲ ਤੁਸੀਂ ਮੱਝਾਂ ਲੈਂਦੇ ਨੇ, ਇਹਨਾਂ ਚੋਂ ਸਾਰਿਆਂ ਨਾਲੋਂ ਚੰਗੀ ਨਸਲ ਜਿਹੜੀ ਪਾਈ ਹੈ ਤੁਸੀਂ ਕਿਹੜੀ ਪਾਈ ਹੈ? सर काड़े दी नस्ल पाई है। ਕਾਲੇ ਦੀ ਕੀ ਵਜ੍ਹਾ? ਉਹਦੀ ਚੰਗੀ ਨਸਲ ਹੋਣ ਦੀ ਕੀ ਖਾਸ ਵਜ੍ਹਾ ਹੈ? ਦੁੱਧ ਵੀ ਜ਼ਿਆਦਾ ਦਿੰਦੀ ਹੈ ਤੇ ਵੈਸੇ ਵੀ ਖੂਬਸੂਰਤ ਲੱਗਦੀ ਹੈ। ਅੱਛਾ, ਸੋਹਣਾ ਜਾਨਵਰ ਹੁੰਦਾ ਹੈ। ਕਾੜੇ ਦੀ ਜਿਹੜੀ ਮੱਝ ਹੈ ਉਹਦੀ ਪਛਾਣ ਕੀ ਅਗਰ ਕੋਈ ਬੰਦਾ ਲੈਣ ਜਾਂਦਾ ਤੇ? ਪਹਿਚਾਨ खूबसूरती ਹੁੰਦੀ ਹੈ ਜਾਂ ਕੱਦ ਜ਼ਿਆਦਾ ਹੁੰਦਾ ਹੈ। ਮਾਸ਼ਾਅੱਲਾ ਕੱਦ ਬੜਾ ਹੁੰਦਾ ਹੈ ਝੋਟੀਆਂ ਦਾ। ਠੀਕ ਹੈ। ਹੋਰ ਦੁੱਧ ਸ਼ੁੱਧ ਚੰਗਾ ਦਿੰਦੀਆਂ, ਥਣਵਾਨਾ ਚੰਗਾ ਹੁੰਦਾ ਥੱਲੇ। ਜੀ। ਅੱਛਾ, ਮਾਸ਼ਾਅੱਲਾ ਜਿਹੜੀ ਇੱਕ ਕਾੜੇ ਦੀ ਮੱਝ ਹੈ ਉਹ ਰੋਜ਼ਾਨਾ ਦਾ ਕਿੰਨਾ ਦੁੱਧ ਦੇਹੜਦੀ ਇੱਕ ਮੱਝ ਜਿਹੜੀ ਹੈ? ਮਾਸ਼ਾਅੱਲਾ ਕਾੜੇ ਦੀ ਮੱਝ ਚੰਗੀ ਮੱਝ ਜਿਹੜੀ ਹੈ ਨਾ, ਸਜਰੀ ਸੂਈ, ਉਹ ਤਕਰੀਬਨ 16-17 ਕਿਲੋ 18 ਕਿਲੋ ਵੀ ਕਰ ਜਾਂਦੀ ਹੈ। ਜ਼ਬਰਦਸਤ ਜੀ। ਤੇ ਅਗਰ ਉਹ 18 ਕਿਲੋ ਦੁੱਧ ਕਰਦੀ ਹੈ ਜੀ, ਉਹਦੀ ਖੁਰਾਕ ਫਿਰ ਉਸ ਹਿਸਾਬ ਨਾਲ ਹੋਏਗੀ ਤੇ ਉਹਨੂੰ ਖੁਰਾਕ ਕੀ ਦਿੰਦੇ ਹੋ ਤੁਸੀਂ? खुराक सर ਉਹਨੂੰ ਪਾਈ ਦੀ ਹੈ ਵੰਡਾ ਦੂਸਰੀਆਂ ਨਾਲ ਜ਼ਿਆਦਾ ਪਾਈ ਦਾ, ਤਕਰੀਬਨ 5-6 ਕਿਲੋ ਵੰਡਾ ਰੋਜ਼ ਖਾਂਦੀ ਹੈ ਡੇਲੀ ਦਾ। ਦੋਵਾਂ ਟਾਈਮਾਂ ਦਾ। ਠੀਕ ਹੈ। ਉਸ ਤੋਂ ਇਲਾਵਾ ਚੋਖਰ ਪੱਠੇ ਉਹਨਾਂ ਨੂੰ ਲਹਿਦਾ ਪਾਈ ਦੇ ਨੇ ਦੂਸਰੀਆਂ ਨਾਲੋਂ ਅੱਛੇ ਹਰੇ। ਸਹੀ ਹੈ ਜੀ। ਤੇ ਅੱਛਾ, ਇੱਕ ਜਿਹੜੀ ਕਾੜੇ ਦੀ ਮੱਝ ਚੰਗੀ ਉਹ ਕਿੰਨੇ ਦੀ ਮਿਲ ਜਾਂਦੀ ਹੈ? ਕਾੜੇ ਦੀ ਮੱਝ ਜਿਹੜੀ ਚੰਗੀ ਸੋਹਣੀ ਝੋਟੀ ਹੈ ਨਾ, ਹਾਂਜੀ, ਉਹ ਤਕਰੀਬਨ ਮਿਲ ਹੀ ਜਾਂਦੀ ਹੈ 3-3.5 ਲੱਖ ਦੀ। ਅਸਾਂ ਖਰੀਦੀਆਂ ਨੇ। ਅੱਛਾ, ਇੱਕ ਮੱਝ ਜਿਹੜੀ ਹੈ ਕਿੰਨੀ ਦੇਰ ਦੁੱਧ ਛੱਡਦੀ ਜੇ? ਮੱਝ ਤਕਰੀਬਨ ਜਦੋਂ ਸੁੰਦੀ ਹੈ ਨਾ, ਉਹ ਦੁੱਧ ਦਿੰਦੀ ਹੈ 7-8 ਮਹੀਨੇ, ਚੰਗਾ ਦੁੱਧ ਦਿੰਦੀ ਹੈ ਜ਼ਿਆਦਾ। ਉਸ ਤੋਂ ਬਾਅਦ ਫਿਰ ਜਦੋਂ ਖੰਗੜੀ ਹੋ ਜਾਂਦੀ ਫਿਰ ਆਸਤਾ ਆਸਤਾ ਘਟਣ ਲੱਗ ਪੈਂਦੀ। ਤੇ ਇਸ ਟਾਈਮ ਕਿੰਨੇ ਜਾਨਵਰ ਤੁਹਾਡੇ ਦੁੱਧ ਦੇ ਰਹੇ ਨੇ? ਇਸ ਟਾਈਮ ਸਾਡੇ ਡੰਗਰ ਤਕਰੀਬਨ ਦੇ ਰਹੇ ਨੇ ਦੁੱਧ ਕੋਈ 28-30 ਲਾ ਲਵੋ। ਤੇ ਇਹਨਾਂ ਦਾ ਰੋਜ਼ਾਨਾ ਦਾ ਕਿੰਨਾ ਦੁੱਧ ਹੋ ਜਾਂਦਾ? ਰੋਜ਼ਾਨਾ ਦਾ ਤਕਰੀਬਨ ਹੋ ਹੀ ਜਾਂਦਾ 7-8 ਮਣ। ਮਾਸ਼ਾਅੱਲਾ, ਦੋਵਾਂ ਟਾਈਮਾਂ ਦਾ? ਦੋਵਾਂ ਟਾਈਮਾਂ ਦਾ ਜੀ। ਤੇ ਕੀ ਕੋਈ ਰੋਜ਼ਾਨਾ ਦੀ ਬਚਤ ਹੋ ਜਾਂਦੀ? ਕੋਈ ਇਹਦਾ ਅੰਦਾਜ਼ਾ ਲਾਇਆ? ਰੋਜ਼ਾਨਾ ਦੀ ਬਚਤ ਹੋ ਹੀ ਜਾਂਦੀ ਤਕਰੀਬਨ ਖਰਚਾ ਖੁਰਚਾ ਕੱਢ ਕੇ ਕੋਈ 10-12 ਹਜ਼ਾਰ ਬਚ ਹੀ ਜਾਂਦਾ ਜੇ।
ਮਾਸ਼ਾਅੱਲਾ ਜ਼ਬਰਦਸਤ ਇਸ ਟਾਈਮ ਟੋਟਲ ਜਾਨਵਰ ਤੇ ਤੁਹਾਡੇ ਕੋਲ 60 65 ਨੇ ਜੀ ਤੇ ਦੁੱਧ ਦੇਣ ਵਾਲੇ ਸਿਰਫ 28 30 ਨੇ ਜੀ। ਤੇ ਜਿਹੜੇ ਦੂਸਰੇ ਨੇ ਸੂਣ ਵਾਲੇ ਨੇ? ਦੂਸਰੇ ਨੇ ਕੁਝ ਵਹਿੜੀਆਂ ਨੇ, ਕੋਈ ਕੱਟੇ ਬੱਚੇ ਨੇ, ਕੋਈ ਸੂਣ ਵਾਲੀਆਂ ਜੇ। ਅੱਛਾ ਤੁਸੀਂ ਦੱਸਿਆ ਹੈ ਕਿ ਤੁਹਾਡੇ ਕੋਲ ਜਾਨਵਰ ਜਿਹੜੇ ਨੇ 28 ਦੁੱਧ ਦੇ ਰਹੇ ਨੇ, 8 ਮਣ ਦੁੱਧ ਜਾ ਰਿਹਾ ਜੀ ਜੀ ਠੀਕ ਹੈ। ਅੱਛਾ ਅਗਰ ਇੱਕ ਮੱਝ ਦਾ ਰੋਜ਼ਾਨਾ ਦਾ ਕਰ ਲਈ, ਇੱਕ ਮੱਝ 10 ਕਿਲੋ ਦੁੱਧ ਦਿੰਦੀ ਹੈ ਜੀ ਠੀਕ ਹੈ, ਉਹਦੀ ਬਚਤ ਕਿੰਨੀ ਆ ਜਾਂਦੀ ਹੈ ਤੇ ਉਹਦਾ ਖਰਚਾ ਕਿੰਨਾ ਆ ਜਾਂਦਾ ਐਵਰੇਜ ਕਰ ਲੈ ਤੇ ਇੱਕ ਮੱਝ ਦੀ? ਇੱਕ ਮੱਝ ਜਿਹੜੀ 10 ਕਿਲੋ ਦੁੱਧ ਦਿੰਦੀ ਹੈ ਨਾ, ਉਹਦੇ ਚ ਤਕਰੀਬਨ 10 ਕਿਲੋ ਦੁੱਧ ਦੇ ਵਿੱਚੋਂ 700-800 ਰੁਪਇਆ ਸਾਨੂੰ ਬਚ ਜਾਂਦਾ ਜੇ। 700-800 ਮਤਲਬ 300-400 ਖਰਚਾ ਹੋ ਜਾਂਦਾ? ਹਾਂਜੀ 300-400 ਖਰਚਾ ਹੋ ਜਾਂਦਾ। ਦੁੱਧ ਡੇਰੇ ਤੇ ਦਿੰਦੇ ਹੋ ਕਿ ਸ਼ਹਿਰ ਆਪੇ ਖੜਦੇ? ਨਹੀਂ, ਦੁੱਧ ਸ਼ਹਿਰ ਦੇ ਕੇ ਆਉਂਦੇ ਜੇ। ਡੇਰੇ ਤੇ ਵਾਰਜ ਰਹਿ ਜਾਂਦਾ, ਆਪੇ ਖੜਨਾ ਵਾਰਜ ਰਹਿ ਜਾਂਦਾ? ਆਪ ਹੀ ਖੜਨਾ ਹੀ ਵਾਰਜ ਰਹਿ ਜਾਂਦਾ ਜੇ। ਕੀ ਦੇ ਰਹੇ ਹੋ ਉੱਥੇ, ਕੀ ਰੇਟ ਦੇ ਰਹੇ ਹੋ ਉੱਥੇ? ਰੇਟ ਤਕਰੀਬਨ 80 ਵੀ ਹੈ, 85 ਵੀ ਹੈ, 100 ਵੀ ਹੈ, 90 ਵੀ ਹੈ, ਰੇਟ ਬੜੇ ਜੇ ਨੇ। ਤੁਸੀਂ ਕੀ ਦੇ ਰਹੇ ਹੋ ਇਸ ਟਾਈਮ? ਅਸੀਂ ਤਕਰੀਬਨ ਦੇ ਰਹੇ ਜੇ 70 ਰੁਪਏ। 70 ਰੁਪਏ ਜੀ। ਇੰਨੇ ਦੇ ਤੇ ਬੰਦਾ ਉਹ ਦੁੱਧ ਵੀ ਡੇਰੇ ਤੋਂ ਆ ਕੇ ਲੈ ਜਾਂਦਾ? ਨਹੀਂ, ਦੁੱਧ ਹੀ ਨਹੀਂ ਜੇ ਖੜਦੇ। ਅੱਛਾ ਇੱਕ ਬੜਾ ਮਸਲਾ ਵੇ ਸਰਦੀਆਂ ਦੇ ਵਿੱਚ ਦੁੱਧ ਦਾ ਬੜਾ ਮਸਲਾ ਹੋ ਜਾਂਦਾ ਵੇ, ਦੁੱਧ ਨਹੀਂ ਕੋਈ ਲੱਗਦਾ ਕੋਈ ਵੀ, ਉਹਦੀ ਕੀ ਹਾਲਤ, ਤੁਸੀਂ ਕੀ ਕੋਈ ਸੋਲੂਸ਼ਨ ਹੈ ਤੁਹਾਡੇ ਕੋਲ? ਦੁੱਧ ਮਾਸ਼ਾਅੱਲਾ ਅੱਗੇ ਤੇ ਨਹੀਂ ਲੱਗਦਾ ਹੁੰਦਾ, ਐਤਕੀ ਤੇ ਅੱਲਾ ਖੈਰ ਕਰੇ ਤੇ ਲੱਗਦਾ ਜਾਂਦਾ ਦੁੱਧ ਸਾਰਾ। ਜੀ 60 ਤੋਂ 65 ਡੰਗਰ ਤੁਸੀਂ ਰੱਖੇ ਨੇ ਤੇ ਇਹਦੇ ਵਿੱਚ ਮਾਸ਼ਾਅੱਲਾ ਕੋਈ 40-50 ਮੱਝਾਂ ਵੀ ਜ਼ਾਰੀ ਗੱਲ ਹੋਣੀਆਂ ਨੇ? ਹਾਂਜੀ ਲਾਜ਼ਮੀ। ਇਹਨਾਂ ਵਿੱਚ ਝੋਟੇ ਕਿੰਨੇ ਰੱਖੇ ਜੇ ਕ੍ਰਾਸ ਕਰਾਉਣ ਵਾਸਤੇ? ਝੋਟੇ 2 ਰੱਖੇ ਜੇ, ਚੰਗੇ ਝੋਟੇ ਨੇ। ਕਿਹੜੀ ਨਸਲ ਦੇ ਜੇ? ਨਸਲ ਕਾੜੀ ਸਾਈਡ ਤੋਂ ਹੀ ਆਏ ਨੇ ਵੀ। ਜੀ ਸਹੀ ਹੈ। ਭਾਈਜਾਨ 60 65 ਜਾਨਵਰਾਂ ਵਾਸਤੇ ਤੁਸੀਂ ਸਬਜ਼ ਚਾਰਾ ਕਿੰਨੇ ਕਿੱਲੇ ਕਾਸ਼ਤ ਕੀਤਾ ਹੈ? ਅਸੀਂ ਸਬਜ਼ ਚਾਰਾ ਬਰਸੀਮ ਜਿਹੜਾ ਨਾ ਉਹ ਕੀਤਾ ਅਜੇ 9 ਕਿੱਲੇ ਕਾਸ਼ਤ। ਇਸ ਤੋਂ ਇਲਾਵਾ 3 ਕਿੱਲੇ ਕਮਾਦ ਜੇ ਜੀ ਤੇ ਤਕਰੀਬਨ 22-23 ਏਕੜ ਦੀ ਪਰਾਲੀ ਜੇ। ਉਹ ਅੱਛਾ ਉਹ ਸਟੋਰ ਕੀਤੀ ਹੈ ਜੀ, ਸਟੋਰ ਕੀਤੀ। ਤੇ ਤੂੜੀ ਕਿੰਨੀ ਸਟੋਰ ਕੀਤੀ ਜੇ? ਤੂੜੀ ਵੀ ਤਕਰੀਬਨ 17-18 ਏਕੜ ਦੀ ਹੈ ਸੀ। ਤੇ ਇਹ ਜਿਹੜੀਆਂ ਚੀਜ਼ਾਂ ਤੁਸੀਂ ਦਸੀਆਂ ਨੇ ਅੰਨੀਆਂ ਜ਼ਰੂਰਤ ਪੂਰੀ ਹੋ ਜਾਂਦੀ ਜਾਂ ਕਿ ਫਿਰ ਵੀ ਖਰੀਦਣੀਆਂ ਪੈਂਦੀਆਂ ਜੇ? ਖਰੀਦਣਾ ਪੈਂਦਾ ਜੇ, ਸੀਜ਼ਨ ਐਂਡ ਹੋ ਜਾਂਦਾ ਨਾ ਜਦੋਂ ਤੂੜੀ ਦਾ, ਅੱਛਾ ਉਦੋਂ ਫਿਰ ਖਰੀਦਣਾ ਪੈਂਦਾ ਹੋਰ ਵੀ। ਤੇ ਜ਼ਮੀਨ ਆਪਣੀ ਹੈ ਜਾਂ ਕਿ ਠੇਕੇ ਤੇ ਵਾਹੀ ਕਰਦੇ ਹੋ ਪਏ? ਜ਼ਮੀਨ ਸਾਰੀ ਠੇਕੇ ਤੇ ਲਈ ਹੈ ਆਪਣੀ। ਇਹੋ ਜਗ੍ਹਾ ਸਾਡੀ ਜਿਹਦੇ ਡੇਰਾ ਹੈ। ਇਹ ਜਿਹੜਾ ਤੁਸੀਂ ਫਾਰਮ ਬਣਾਇਆ ਬਸ ਇਹ ਜਗ੍ਹਾ ਆਪਣੀ ਹੈ? ਜੀ ਜੀ ਇਹ ਜਗ੍ਹਾ ਬਾਕੀ ਸਾਰੀ ਜਿਹੜੀ ਹੈ ਤੁਸੀਂ ਜ਼ਮੀਨ ਠੇਕੇ ਤੇ ਲਈ ਹੈ? ਠੇਕੇ ਤੇ ਲਈ। ਤੇ ਠੇਕੇ ਤੇ ਲੈ ਕੇ ਇਹ ਕੰਮ ਨੂੰ ਕਰਨਾ ਕੈਸਾ ਹੈ? ਕੰਮ ਫਿਰ ਮੁਸ਼ਕਲ ਨਹੀਂ ਹੋ ਜਾਂਦਾ? ਨਹੀਂ, ਕੰਮ ਮੁਸ਼ਕਲ ਨਹੀਂ ਹੁੰਦਾ, ਅਲਹਮਦੁਲਿਲਾ ਠੀਕ ਰੋਜ਼ੀ ਮਿਲਦੀ ਜਾਂਦੀ ਹੈ। ਅੱਛਾ ਠੇਕੇ ਤੇ ਜ਼ਮੀਨ ਲੈ ਕੇ ਕੀ ਬਚ ਜਾਂਦਾ ਤੁਹਾਨੂੰ? ਇੱਕ ਫਸਲ ਬਚਦੀ ਹੈ ਕਿ ਨਹੀਂ? ਹਾਂਜੀ ਫਸਲ ਇੱਕ ਵੀ ਨਹੀਂ ਬਚਦੀ, ਖਰਚਾ ਖੁਰਚਾ ਕੱਢ ਕੇ ਤਕਰੀਬਨ ਜਿਹੜੇ ਪੱਠੇ ਮਾਲ ਨੂੰ ਪਾਈਦੇ ਨੇ ਇਹੀ ਬਚਦੇ ਜੇ। ਅੱਛਾ ਭਾਈ ਤੁਸੀਂ ਆਪਣੇ ਜਾਨਵਰਾਂ ਦੀ ਮਾਸ਼ਾਅੱਲਾ ਰੋਜ਼ਾਨਾ ਦੀ ਰੁਟੀਨ ਕੀ ਰੱਖੀ ਹੈ? ਰੁਟੀਨ ਕੀ ਮਸਲਾ ਇਹਨਾਂ ਨੂੰ ਕੀ ਖਵਾਉਂਦੇ ਪਿਲਾਉਂਦੇ? ਕੀ ਖਵਾਉਂਦੇ ਪਿਲਾਉਂਦੇ ਇਹਨਾਂ ਨੂੰ? ਸੁਬਾਹ ਉੱਠ ਕੇ ਸੁਬਾਹ ਇਹਨਾਂ ਨੂੰ ਪਹਿਲਾਂ ਪੱਠੇ ਪਾਈਦੇ ਜੇ। ਸੁਬਾਹ ਆ ਕੇ ਸਬਜ਼ ਚਾਰਾ ਤੇ ਪਰਾਲੀ ਮਿਕਸ ਕਰਕੇ ਉਸ ਤੋਂ ਬਾਅਦ ਵੰਡਾ ਪਾਈਦਾ ਉੱਤੇ ਤੇ ਨਾਲ ਹੀ ਚੁਆਈ ਸ਼ੁਰੂ ਕਰ ਦੇਈਦੀ ਹੈ। ਸਹੀ ਹੈ। ਉਸ ਤੋਂ ਬਾਅਦ ਬਾਹਰ ਬਣੀ ਦੀਆਂ ਨੇ ਧੁੱਪੇ ਤੇ ਫੇਰ ਸ਼ਾਮ ਨੂੰ ਪੱਠੇ ਲਿਆ ਕੇ ਤੇ 3-4 ਵਜੇ ਨਾਲ ਫੇਰ ਉੱਤੇ ਬੰਨ ਕੇ ਪੱਠੇ ਪਾ ਦਈਦੇ। ਕਿੰਨੇ ਬੰਦੇ ਸੰਭਾਲ ਰਹੇ ਹੋ? ਅਸੀਂ ਤਕਰੀਬਨ 3 ਅਸੀਂ ਆਪੀ ਆ ਤੇ 3 ਮੁਲਾਜ਼ਮ ਰੱਖੇ ਨੇ। 6 ਹੋ ਗਏ ਜੀ। ਆਪੀ ਨਾਲ ਬਰਾਬਰ ਕੰਮ ਕਰਦੇ ਹੋ ਕਿ ਸਿਰਫ ਵੇਖਣ ਤੱਕਣ ਦਾ? ਨਹੀਂ, ਇੱਕ ਬੰਦਾ ਤੇ ਦੁੱਧ ਖੜਦਾ ਤੇ 2 ਜਿਹੜੇ ਨੇ ਉਹਨਾਂ ਦੇ ਨਾਲ ਬਰਾਬਰ ਦਾ ਹੀ ਕਰਨੇ ਆ। ਕੁੱਲ 5 ਹੋ ਗਏ ਜੀ। 5 ਬੰਦੇ ਤੁਸੀਂ ਇੱਥੇ ਕੰਮ ਕਰਦੇ ਹੋ ਜੀ। 70 ਰੁਪਏ ਦੁੱਧ ਦੇ ਕੇ ਵਾਰਾ ਖਾ ਰਿਹਾ? ਹਾਂਜੀ ਵਾਰਾ ਖਾ ਰਿਹਾ, ਅਲਹਮਦੁਲਿਲਾ ਰੋਜ਼ੀ ਮਿਲਦੀ ਹੈ ਭਾਈ ਮਾਸ਼ਾਅੱਲਾ। ਤੇ ਤੁਸੀਂ ਇਹਨਾਂ ਦਾ ਫੀਡ ਪਲਾਨ ਯਾਨੀ ਇਹਨਾਂ ਦੇ ਚਾਰੇ ਦਾ ਕੀ ਪਲਾਨ ਰੱਖਿਆ ਪੂਰੇ ਸਾਲ ਦਾ? ਤੁਸੀਂ ਜਿਸ ਤਰ੍ਹਾਂ ਦੱਸ ਰਹੇ ਹੋ ਕਿ ਕੁਛ ਏਕੜ ਕਮਾਦ ਕਾਸ਼ਤ ਕੀਤਾ ਹੈ, ਕੁਛ ਏਕੜ ਸ਼ਟਾਲਾ, ਤੇ ਬਾਕੀ ਮੌਸਮਾਂ 'ਚ ਕੀ ਕਰਦੇ ਹੋ? ਕਿੰਨੇ ਏਕੜ ਕਮਾਦ ਜੇ ਤੇ ਕਿੰਨੇ ਏਕੜ ਸ਼ਟਾਲਾ ਜੇ? ਤਕਰੀਬਨ 9 ਏਕੜ ਸ਼ਟਾਲਾ ਜੇ। ਅੱਛਾ। 3 ਏਕੜ ਕਮਾਦ। ਠੀਕ ਹੈ। ਤੇ ਤੂੜੀ 16-17 ਕਿੱਲਿਆਂ ਦੀ ਜਮਾ ਕੀਤੀ ਹੈ। ਪਰਾਲੀ 17-18 ਏਕੜ ਦੀ ਹੈ ਵੇ। ਗਰਮੀਆਂ 'ਚ ਕੀ ਚਾਰਾ ਹੁੰਦਾ? ਗਰਮੀਆਂ 'ਚ ਜਵਾਰ ਮਕਈ ਕਾਸ਼ਤ ਕਰ ਲਈਦੀ, ਉਹ ਕਟਾਈ ਕਰਕੇ ਪਾਈ ਦੀ ਹੈ। ਕਿੰਨੇ ਕਿੱਲੇ ਦੀ? ਉਹ ਤਕਰੀਬਨ 13-14 ਕਿੱਲੇ ਕਾਸ਼ਤ ਕਰੀਦੀ ਹੈ। ਇਸ ਤੋਂ ਇਲਾਵਾ ਉਹਨਾਂ ਦਿਨਾਂ 'ਚ ਚਰਾਈ ਵੀ ਕਰਾਉਂਦੇ ਹੋ? ਨਹੀਂ, ਚਰਾਈ ਵੀ ਕਰਦੇ ਨੇ ਦੂਸਰੇ ਲੋਕੀ, ਲੇਕਿਨ ਅਸੀਂ ਇਹਨਾਂ ਨੂੰ ਖੁਰਲੀਆਂ ਦੇ ਪੱਠੇ ਯਾਨੀ 13-14 ਕਿੱਲੇ ਚਰੀ ਪੂਰੀ ਹੋ ਜਾਂਦੀ ਹੈ? ਹਾਂਜੀ ਪੂਰੀ ਹੋ ਜਾਂਦੀ ਹੈ। ਉਹਦੇ ਵਿੱਚ ਵੀ ਤੂੜੀ ਇਸਤੇਮਾਲ ਕਰਦੇ ਹੋ? ਤੂੜੀ ਜਦੋਂ ਛੋਟੀ ਹੁੰਦੀ ਹੈ ਤੂੜੀ ਇਸਤੇਮਾਲ ਕਰੀਦੀ ਹੈ, ਬਾਅਦ 'ਚ ਫਿਰ ਵੰਡੇ 'ਚ ਕਿਹੜੀ ਚੀਜ਼ਾਂ ਇਸਤੇਮਾਲ ਕਰਦੇ ਹੋ? ਵੰਡੇ 'ਚ ਗਰਮੀਆਂ ਦਾ ਵੰਡਾ ਜਿਹੜਾ ਉਹ ਕੌੜੀ ਖਾਲ ਨਾਲ ਰੋਟੀਆਂ
ਤੇ ਸਰਦੀਆਂ ਦਾ ਵੰਡਾ ਜਿਹੜਾ ਰੋਟੀਆਂ ਨਾਲ ਚੋਖਰ ਵਗੈਰਾ। ਸਿਰਫ ਰੋਟੀਆਂ ਤੇ ਚੋਖਰ, ਹੋਰ ਕੋਈ ਖਾਲ ਨਹੀਂ? ਖਾਲ ਵਗੈਰਾ ਨਹੀਂ ਪਾਉਂਦੇ, ਦੋ ਗਰਮੀਆਂ ਚੀਜ਼ਾਂ, ਚ ਕੌੜੀ ਖਾਲ। ਦੋ ਚੀਜ਼ਾਂ। ਦੋ ਚੀਜ਼ਾਂ। ਸਾਰੇ ਜਾਨਵਰਾਂ ਨੂੰ ਬਰਾਬਰ ਦਾ ਦੇ ਰਹੇ ਹੋ ਜਾਂ ਸਿਰਫ ਸੂਆਂ ਨੂੰ? ਜਿਹੜੇ ਜ਼ਿਆਦਾ ਦੁੱਧ ਦਿੰਦੇ ਨੇ ਉਹਨਾਂ ਨੂੰ ਜ਼ਿਆਦਾ ਰਾਸ਼ਨ ਦੇਈਦਾ, ਜਿਹੜੇ ਕਿ ਥੋੜਾ ਦੁੱਧ ਦਿੰਦੇ ਨੇ ਉਹਨਾਂ ਨੂੰ ਥੋੜਾ ਰਾਸ਼ਨ। ਡਿਫਰੈਂਟ ਖੁਰਲੀਆਂ ਬਣਾਈਆਂ ਨੇ ਜੀ, ਲੈਦਾ। ਅੱਛਾ ਮਾਸ਼ਾਅੱਲਾ, ਤੁਹਾਡੇ ਕੋਲ ਇਸ ਟਾਈਮ 60 ਜਾਨਵਰ ਮੌਜੂਦ ਨੇ। ਤੁਹਾਡੇ ਕੋਲ ਸਾਰਿਆਂ ਨਾਲ ਜ਼ਿਆਦਾ ਜਿਹੜਾ ਜਾਨਵਰ ਉਹ ਕਿੰਨਾ ਦੁੱਧ ਦੇ ਰਿਹਾ ਤੇ ਸਾਰਿਆਂ ਨਾਲ ਘੱਟ ਕਿੰਨਾ ਦੇ ਰਿਹਾ? ਸਾਰਿਆਂ ਨਾਲ ਜ਼ਿਆਦਾ ਜਿਹੜਾ ਜਾਨਵਰ ਤਕਰੀਬਨ 16-17 ਕਿਲੋ ਦੇ ਰਿਹਾ ਤੇ ਸਭ ਤੋਂ ਘੱਟ ਜਿਹੜਾ ਦੇ ਰਿਹਾ ਉਹ ਤਕਰੀਬਨ 3-4 ਕਿਲੋ। 3-4 ਕਿਲੋ ਖੰਗੜ ਹੋ ਗਿਆ ਜੀ। ਅੱਛਾ, ਇੰਨੇ ਜਾਨਵਰਾਂ ਵਾਸਤੇ ਤੁਸੀਂ ਜਿਹੜਾ ਸ਼ੈੱਡ ਬਣਾਇਆ ਉਹ ਕਿੰਨੀ ਜਗ੍ਹਾ 'ਚ ਬਣਾਇਆ ਜੇ? ਸਾਡੇ ਕੋਲ ਮਾਸ਼ਾਅੱਲਾ ਜਗ੍ਹਾ ਹੈ ਕੋਈ 7-8 ਕਨਾਲਾਂ। 7-8 ਕਨਾਲਾਂ, ਜਿਹਦੇ ਵਿੱਚ ਸ਼ੈੱਡ ਵੀ ਹੈ ਤੇ ਬਾਹਰ ਸੇਨ ਵੀ ਹੈ, ਧੁੱਪੇ ਬੰਨਣ ਵਾਸਤੇ ਜਗ੍ਹਾ ਹੈ। ਅੱਛਾ, ਇੰਨੇ ਜਾਨਵਰਾਂ ਵਾਸਤੇ ਖੁਰਲੀਆਂ ਕਿੰਨੀਆਂ ਬਣਾਈਆਂ ਜੇ? ਖੁਰਲੀਆਂ ਮਾਸ਼ਾਅੱਲਾ 60-60 ਫੁੱਟ ਦੀਆਂ 3 ਖੁਰਲੀਆਂ ਨੇ ਜੀ। ਅੱਛਾ, ਉਹਨਾਂ ਵਿੱਚ ਜਿਹੜਾ ਡਿਫਰੈਂਸ ਹੈ, ਕੁੰਡੇ ਜਿਹੜੇ ਲਾਏ ਜੇ ਉਹ ਕਿੰਨੀ ਜਗ੍ਹਾ ਦਾ ਰੱਖੇ ਜੇ? ਉਹ 3-3 ਫੁੱਟ ਤੇ ਲੱਗੇ ਜੇ। ਤੁਹਾਡੀ ਜਿਹੜੀ ਮੱਝ ਹਾਈਐਸਟ ਦੁੱਧ ਦਿੰਦੀ ਹੈ, ਇਹ ਤਾਂ ਉਂਝ ਤੇ ਤੁਹਾਨੂੰ ਦੱਸਿਆ ਨਾ 16-17 ਕਿਲੋ ਵਾਲੀ ਇਸ ਟਾਈਮ, ਕੋਈ ਐਸੀ ਹੈ ਕੋਈ ਜਿਹੜੀ 20 ਕਿਲੋ ਦਿੰਦੀ ਹੈ? 20 ਕਿਲੋ ਵੀ ਇਹੋ ਹੀ ਮੱਝਾਂ ਦਿੰਦੀਆਂ ਨੇ, ਲੇਕਿਨ ਇਹ ਵੀ ਰਾਸ਼ਨ ਪਾਈਏ ਜ਼ਿਆਦਾ, ਉਹਨਾਂ ਦੀ ਦੇਖਭਾਲ ਕਰੀਏ ਤਾਂ ਫਿਰ 20 ਕਿਲੋ ਵੀ ਦਿੰਦੀਆਂ ਨੇ। ਪੂਰੇ ਵਾੜੇ 'ਚ ਜਿਹੜੀ ਸਭ ਤੋਂ ਚੰਗੀ ਨਸਲ ਤੁਸੀਂ ਸਮਝਦੇ ਨਾ, ਉਹ ਮੱਝ ਵਹਾਓ ਨਾਜ਼ਰੀਨ ਨੂੰ। ਅੱਛਾ ਬਾਈ ਦੱਸੋ ਕਿ ਇਹ ਮੱਝ ਤੁਹਾਨੂੰ ਕਿਹੜੀ ਖੂਬੀਆਂ ਦੀ ਵਜ੍ਹਾ ਤੋਂ ਸਹੀ ਲੱਗਦੀ ਹੈ, ਕੀ ਖਸੂਸੀਅਤ ਦੀ ਵਜ੍ਹਾ ਤੁਸੀਂ ਇਹਨੂੰ ਬੈਸਟ ਕਰਾਰ ਦਿੰਦੇ ਹੋ? ਭਾਈ ਜਾਨ ਵੈਸੇ ਵੀ ਖੂਬਸੂਰਤ ਹੈ ਤੇ ਵੇਖਣ 'ਚ ਵੀ, ਤੇ ਉਸ ਤੋਂ ਬਾਅਦ ਦੁੱਧ ਵੀ ਜ਼ਿਆਦਾ ਦਿੰਦੀ ਹੈ। ਅੱਛਾ, ਤੇ ਖੂਬਸੂਰਤੀ ਵੀ ਜ਼ਿਆਦਾ ਹੈ। ਤੇ ਕਿਹੜੇ ਇਲਾਕੇ ਦੀ ਜੇ? ਇਹ ਕਾੜੇ ਦੀ ਜੇ, ਖਾਸ ਕਾੜੇ। ਮਾਸ਼ਾਅੱਲਾ, ਜੁੱਸਾ ਸੁਆ ਚੰਗਾ ਲੱਗਦਾ, ਇਹਦਾ ਮੱਝ ਵੀ ਅੱਛੀ ਹੈ। ਜੀ। ਕਿੰਨੇ ਦੀ ਪਈ ਹਜੇ? ਇਹ ਸਾਨੂੰ ਤਕਰੀਬਨ ਪੈ ਗਈ ਹਜੇ ਪੌਣੇ 3 ਲੱਖ 'ਚ, ਪੌਣੇ 3 ਲੱਖ 'ਚ। ਖਾਤਰੀ ਦੀ ਚੰਗੀ ਕਰੋ ਤੇ ਕਿੰਨਾ ਕੁ ਦਿਹਾੜ ਦੀ ਮੈਕਸਿਮਮ? ਚੰਗਾ ਰਾਸ਼ਨ ਪਾਈਏ ਜ਼ਿਆਦਾ ਤੋਂ ਜ਼ਿਆਦਾ ਤੇ ਦੁੱਧ ਤਕਰੀਬਨ 18-20 ਕਿਲੋ ਪਈ ਕਰਦੀ ਹੈ। ਕੀ ਬਾਤ ਹੈ, ਮਾਸ਼ਾਅੱਲਾ। ਜੀ। ਤੇ ਕਿੰਨੇ ਸੂਏ ਇਸ ਟਾਈਮ? ਇਹ ਪਹਿਲੇ ਸੂਏ ਜੇ। ਪਹਿਲੇ ਸੂਏ ਜੀ। ਕੀ ਬਾਤ ਹੈ ਸਰ, ਤੁਸੀਂ ਬੜੀ ਅੱਛੀ ਗੁਫ਼ਤਗੂ ਕੀਤੀ ਹੈ। ਕੋਈ ਖਾਸ ਗੱਲ ਜਿਹੜੀ ਡੰਗਰ ਪਾਲਣ ਵਾਲਿਆਂ ਨੂੰ ਪਤਾ ਹੋਣੀ ਚਾਹੀਦੀ, ਨਵੇਂ ਮੁੰਡਿਆਂ ਨੂੰ ਮਸ਼ਵਰਤਨ? ਕਿੰਨੇ ਤੋਂ ਕਾਰੋਬਾਰ ਸਟਾਰਟ ਕਰਨ ਤੇ ਕਿੰਜ ਕਰਨ? ਤਕਰੀਬਨ ਕਾਰੋਬਾਰ ਡੰਗਰਾਂ ਦਾ ਸਟਾਰਟ ਕਰਨਾ ਚਾਹੀਦਾ, 10-12 ਡੰਗਰ ਹੋਣੇ ਚਾਹੀਦੇ ਨੇ, ਤੇ ਉਸ ਤੋਂ ਬਾਅਦ ਆਸਤਾ ਫਿਰ ਉਹਨਾਂ ਦੇ ਕੱਟੜੇ ਬੱਚੇ ਪਾਲ ਲਈਏ, ਜਾ ਪਾਲ ਜਾਣ ਤੇ ਮਾਸ਼ਾਅੱਲਾ ਇਜ਼ਾਫਾ ਹੀ ਹੁੰਦਾ ਉਹਨਾਂ ਦੇ ਵਿੱਚ। 10-12 ਤੋਂ ਘੱਟ ਸ਼ੁਰੂ ਕਰੀ ਤੇ ਫੇਰ ਨਹੀਂ ਫਾਇਦਾ? 10-12 ਤੋਂ ਘੱਟ ਫਾਇਦਾ ਨਹੀਂ ਜੇ ਇਹਨਾਂ ਦੇ ਵਿੱਚ, ਖਰਚਾ ਹੀ ਮਸਾਂ ਪੂਰਾ ਹੁੰਦਾ ਜੇ। ਅੱਛਾ ਜੀ। ਠੀਕ ਹੈ ਸਰ, ਬਹੁਤ ਸ਼ੁਕਰੀਆ, ਤੁਸੀਂ ਬਹੁਤ ਅੱਛੀ ਮਾਲੂਮਾਤ ਦਿੱਤੀ ਹੈ। क्या कोई नंबर शेयर करना पसंद करोगे? जी बोलिया जी। 0322 जी 73 जी 00 जी। 240। बहुत शुक्रिया सर, अस्सलाम वालेकुम।